हाय फ्रेंड, वेलकम टू माय यूट्यूब चैनल जिसका नाम है सहज स्टडीज़। ये चैनल मैं खास तौर ਤੇ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਮਦਦ ਲਈ ਬਣਾਇਆ ਹੈ। ਜਿਹੜੇ ਬੱਚੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਉਹ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ। ਇਸ ਚੈਨਲ ਉੱਪਰ ਸਿਰਫ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੀ ਤਿਆਰੀ ਕਰਵਾਈ ਜਾਏਗੀ। ਜੇਕਰ ਤੁਸੀਂ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਮੇਰੇ ਵੀਡੀਓ ਨੂੰ ਲਾਈਕ ਕਰੋ, ਨਾਲ ਹੀ ਨਾਲ ਬੈਲ ਆਈਕਨ ਨੂੰ ਔਨ ਕਰ ਦਿਓ ਤਾਂ ਜੋ ਮੈਂ ਨਵਾਂ ਵੀਡੀਓ ਲੈ ਕੇ ਆਵਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਮੇਰੇ ਵੀਡੀਓ 'ਤੇ ਸੁਝਾਅ ਵੀ ਦਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦਾ ਲੱਗਾ। ਜੇਕਰ ਤੁਹਾਨੂੰ ਪੰਜਾਬੀ ਦੇ ਕਿਸੇ ਹੋਰ ਟੌਪਿਕ 'ਤੇ ਵੀਡੀਓ ਦੀ ਲੋੜ ਹੈ ਤਾਂ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਮੈਂ ਤੁਹਾਨੂੰ ਇੱਥੇ ਪੰਜਾਬੀ ਵਿਸ਼ੇ ਨਾਲ ਜੁੜੀ ਪ੍ਰੀਖਿਆ ਯੋਗ ਹਰ ਵੀਡੀਓ ਪ੍ਰੋਵਾਈਡ ਕਰਵਾਵਾਂਗਾ। ਨਮਸਕਾਰ ਸਾਥੀਓ, ਮਾਸਟਰ ਕੈਡਰ ਜਾਂ ਫਿਰ ਪੰਜਾਬੀ ਤੋਂ ਰਿਲੇਟਡ ਜਿਹੜੇ ਪੰਜਾਬੀ ਪ੍ਰੋਪਰ ਸਬਜੈਕਟ ਦੇ ਐਗਜ਼ਾਮ ਹੁੰਦੇ ਨੇ ਟੀਚਰ ਬਣਨ ਦੇ ਲਈ ਜਾਂ ਫਿਰ ਹੋਰ ਕਿਸੇ ਕੰਪੀਟੀਸ਼ਨ ਦੇ ਲਈ, ਉਹਨਾਂ ਦੇ ਅੰਦਰ ਇੱਕ ਖਾਸ ਤੌਰ 'ਤੇ ਟੌਪਿਕ ਪੁੱਛਿਆ ਜਾਂਦਾ ਹੈ ਕਿੱਸਾ ਕਾਵਿ। ਤਾਂ ਅੱਜ ਆਪਾਂ ਕਿੱਸਾ ਕਾਵਿ ਦਾ ਟੌਪਿਕ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੇ ਅੰਦਰ ਸਭ ਤੋਂ ਪਹਿਲਾਂ ਆਪਾਂ ਕਿੱਸਾ ਕਾਵਿ ਦੇ ਬਾਰੇ ਹੀ ਪੜ੍ਹਾਂਗੇ ਕਿ ਉਹ ਕੀ ਹੈ, ਉਸ ਦੀਆਂ ਪਰਿਭਾਸ਼ਾਵਾਂ, ਉਸ ਦੇ ਤੱਤ, ਉਸ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਪੜ੍ਹਾਂਗੇ। ਉਸ ਤੋਂ ਬਾਅਦ ਕ੍ਰਮਵਾਰ ਆਪਾਂ ਜਿਹੜੇ ਕਿੱਸਾਕਾਰ ਹੋਏ ਨੇ ਜਿਵੇਂ ਦਮੋਦਰ ਹੈ, ਪੀਲੂ ਹੈ, ਫਜ਼ਲ ਸ਼ਾਹ ਹੈ, ਕਾਦਰੀਆਰ, ਇਹਨਾਂ ਸਾਰਿਆਂ ਦੇ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਬਾਰੇ ਤੇ ਨਾਲ ਨਾਲ ਇਹਨਾਂ ਦੇ ਕਿੱਸੇਕਾਰਾਂ ਦੇ ਬਾਰੇ ਵੀ ਆਪਾਂ ਪੜ੍ਹਦੇ ਜਾਵਾਂਗੇ। ਟੌਪਿਕ ਵਾਈਜ਼ ਇਹਨਾਂ ਦਾ ਆਪਾਂ ਅਧਿਐਨ ਕਰਦੇ ਜਾਵਾਂਗੇ। ਤਾਂ ਅੱਜ ਸਾਥੀਓ ਸ਼ੁਰੂ ਕਰਨ ਜਾ ਰਹੇ ਹਾਂ ਕਿੱਸਾ ਕਾਵਿ। ਕਿੱਸਾ ਕਾਵਿ ਹੈ ਜਿਹੜਾ ਖਾਸ ਤੌਰ 'ਤੇ ਮਾਸਟਰ ਕੈਡਰ ਦੇ ਜਿਹੜੇ ਪੰਜਾਬੀ ਸਬਜੈਕਟ ਦੀ ਰਿਕੁਆਇਰਮੈਂਟ ਆ ਉਸ ਦੇ ਲਈ ਵੈਰੀ ਇੰਪੋਰਟੈਂਟ ਇੱਕ ਟੌਪਿਕ ਹੈ। ਤਾਂ ਆਓ ਸਾਥੀਓ ਸ਼ੁਰੂ ਕਰਦੇ ਹਾਂ ਅੱਜ ਕਿੱਸਾ ਕਾਵਿ। ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਨੇ। ਯਾਨੀ ਪੁਰਾਣੇ ਸਮੇਂ ਦੇ ਅੰਦਰ ਵੱਖ-ਵੱਖ ਕਾਲ ਦੇ ਅੰਦਰ ਪ੍ਰੇਮ ਕਥਾਵਾਂ ਜੋ ਲਿਖੀਆਂ ਗਈਆਂ ਉਹ ਸਾਨੂੰ ਅੱਜ ਕੱਲ੍ਹ ਕਿੱਸੇ ਦੇ ਰੂਪ ਵਿੱਚ ਪ੍ਰਾਪਤ ਹੋ ਰਹੀਆਂ ਨੇ, ਪ੍ਰਾਪਤ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤਾ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਹੁਣ ਇੱਥੇ ਗੱਲ ਆ ਗਈ ਸਾਥੀਓ ਕਿ ਪੁਰਾਤਨ ਸਭ ਤੋਂ ਪਹਿਲਾਂ ਜਿਹੜਾ ਸਾਹਿਤ ਦਾ ਜਿਹੜਾ ਰੂਪ ਵਿਧਾ ਆਈ ਉਸ ਦੇ ਅੰਦਰ ਸੀ ਕਾਵਿ ਯਾਨੀ ਕਵਿਤਾ। ਪੁਰਾਣੇ ਸਮੇਂ ਤੋਂ ਕਹਾਣੀ ਦਾ ਪ੍ਰਚਲਨ ਹੈ। ਹੁਣ ਜਿਹੜਾ ਕਹਾਣੀ ਦਾ ਪ੍ਰਚਲਨ ਹੈ, ਕਹਾਣੀ ਦੇ ਅੰਦਰ ਜਿਹੜੀਆਂ ਉਹ ਕਹਾਣੀ ਕਥਾਵਾਂ ਸਨ ਉਹਨਾਂ ਦੇ ਅੰਦਰ ਕਵਿਤਾ ਦੇ ਰੂਪ ਦੇ ਅੰਦਰ ਜਿਹੜੀ ਕਹਾਣੀ ਲਿਖੀ ਗਈ ਲੰਬੀ ਇੱਕ ਬਿਰਤਾਂਤਕ ਜਿਹੜੀ ਸੀ ਉਸ ਨੂੰ ਆਪਾਂ ਕਿੱਸੇ ਦੇ ਨਾਂ ਤੋਂ ਜਾਣਦੇ ਹਾਂ। ਪੰਜਾਬੀ ਵਿੱਚ ਹੀਰ ਰਾਂਝਾ ਜਿਹੜੇ ਪ੍ਰਾਪਤ ਹੋਣ ਵਾਲੇ ਕਿੱਸੇ ਨੇ ਉਹਨਾਂ ਦੀ ਗੱਲ ਹੈ। ਸੱਸੀ ਪੁੰਨੂ, ਸੋਹਣੀ ਮਹੀਵਾਲ, ਮਿਰਜ਼ੇ ਸਾਹਿਬਾਂ, ਇਸ ਪ੍ਰਕਾਰ ਦੇ ਹੋਰ ਵੀ ਬਹੁਤ ਸਾਰੇ ਕਿੱਸੇ ਸਾਨੂੰ ਪੰਜਾਬੀ ਸਾਹਿਤ ਦੇ ਅੰਦਰ ਮਿਲਦੇ ਨੇ। ਇਹ ਕੁਝ ਪ੍ਰਮੁੱਖ ਕਿੱਸਿਆਂ ਦੇ ਨਾਮ ਸੀ ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾਂ ਉੱਪਰ ਚੜ੍ਹੇ ਹੋਏ ਨੇ। ਇਹਨਾਂ ਦੇ ਬਾਰੇ ਸਭ ਸਾਥੀ ਜਾਣਦੇ ਹੋਣਗੇ ਜਿਹੜੇ ਪੰਜਾਬੀ ਤੋਂ ਰਿਲੇਟਡ ਐਗਜ਼ਾਮਾਂ ਦੀ ਤਿਆਰੀ ਕਰਦੇ ਨੇ। ਇਹਨਾਂ ਦੀਆਂ ਕਥਾਵਾਂ ਨੂੰ, ਸਟੋਰੀਆਂ ਨੂੰ ਆਪਨੇ ਪੜ੍ਹਿਆ ਹੋਏਗਾ, ਸੁਣਿਆ ਹੋਏਗਾ। ਬਹੁਤ ਸਾਰੀਆਂ ਇਹਨਾਂ ਦੇ ਉੱਪਰ ਆਧਾਰਿਤ ਮੂਵੀਆਂ ਵੀ ਬਣੀਆਂ ਨੇ। ਬਹੁਤ ਹੱਦ ਤੱਕ ਉਹਨਾਂ ਦੀ ਸਟੋਰੀ ਹੈ ਜਿਹੜੀ ਬੜੀ ਨੇੜੇ ਦੀ ਸਾਂਝ ਰੱਖਦੀ ਹੈ। ਇਹਨਾਂ ਕਿੱਸਿਆਂ ਦੀਆਂ ਜੜ੍ਹਾਂ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ। ਤਾਂ ਇਹ ਸੀ ਸਾਥੀਓ ਕਿੱਸੇ ਦੇ ਬਾਰੇ ਗੱਲ। ਹੁਣ ਆਪਾਂ ਕਿੱਸਾ ਸ਼ਬਦ ਦਾ ਅਰਥ ਕੀ ਹੈ ਹੁਣ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕਿੱਸਾ ਸ਼ਬਦ ਦਾ ਅਰਥ ਕੀ ਹੈ ਇਹਦੀ ਗੱਲ ਕਰਾਂਗੇ। ਕਿੱਸਾ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕਿੱਸਾ ਸ਼ਬਦ ਹੈ ਜਿਹੜਾ ਉਹ ਕਿਹੜੀ ਭਾਸ਼ਾ ਦਾ ਹੈ? ਅਰਬੀ ਦਾ ਹੈ। ਤੇ ਇਸ ਨੂੰ ਕੀ ਕਿਹਾ ਜਾਂਦਾ ਹੈ? ਇਹਦਾ ਅਰਥ ਹੈ ਕਹਾਣੀ, ਕਥਾ ਜਾਂ ਬਿਰਤਾਂਤ। ਹੁਣ ਜਿਹੜਾ ਇਹ ਕਿੱਸਾ ਪ੍ਰੋਪਰ ਸ਼ਬਦ ਹੈ ਜਿਹੜਾ ਇਹ ਅਰਬੀ ਦਾ ਹੈ ਤੇ ਇਹਦਾ ਅਰਥ ਕੀ ਹੈ? ਕਹਾਣੀ, ਕਥਾ ਜਾਂ ਫਿਰ ਬਿਰਤਾਂਤ। ਹੁਣ ਜਿਹੜਾ ਕਿੱਸਾ ਕਾਵਿ ਦੀ ਪਰਿਭਾਸ਼ਾ ਹੈ ਹੁਣ ਆਪਾਂ ਉਹ ਦੇਖ ਲੈਂਦੇ ਹਾਂ। ਜਿਹੜੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਨੇ ਉਹਨਾਂ ਦੀ ਕਿੱਸਾ ਕਾਵਿ ਦੇ ਬਾਰੇ ਦਿੱਤੀ ਹੋਈ ਪਰਿਭਾਸ਼ਾ ਕੀ ਡੈਫੀਨੇਸ਼ਨ ਆ ਉਸ ਨੂੰ ਆਪਾਂ ਦੇਖਾਂਗੇ।
सब तो पहला डॉक्टर मोहन सिंह दीवाना का की कहना इस बारे। वो कहते हैं कि पंजाबी में आम तौर पर किस्से के अर्थ कल्पित ਜਾਂ अर्ध कल्पित वारता ਲਈ लिया जाता है। ਹੁਣ किस्सा ਦਾ बारे डॉक्टर मोहन सिंह दीवाना की कहते हैं, वो कहते हैं कि कल्पित या फिर अर्ध यानी अद्धी कल्पित यानी अद्धी कल्पना के तौर पर रची गई जी वारता है उन्होंने पंजाबी के अंदर आम तौर पर किस्सा कहा गया। डॉक्टर दीवान सिंह लिखता है, हुण दीवान सिंह का किस्से के बारे बयान है। किस्सा अरबी जुबान का लफ्ज है, यानी यह अरबी तो आया होया शब्द है तो यदा अर्थ की है अफसाना, कहानी, गल, जकादत, शरगुजस आदि तो अंत का हाल खोल के बयान करता है। यानी ये उन्होंने अर्थ दसे है दीवान सिंह ने, तो वो कहते हैं कि आद तो अंत तक का हाल खोल के दसदा। ये वैरी इंपोर्टेंट गल कह सकते हैं, यानी किस्से के अंदर शुरू तो लैके अंत तक की पूरी कहानी होंदी है, उन्होंने किस्सा कहते हैं। ये गल कहनी है दीवान सिंह, डॉक्टर दीवान सिंह जी की। हुण आपां एक परिभाषा होर देखांगे साथियों, जिहड़ी है डॉक्टर रतन सिंह जग्गी की किस्सा कावी के बारे। पंजाबी विच किस्सा उस छंदबद्ध वृतांतिक रचना नूं कहा जाता है जिस विच कथानक का संबंध प्रेम, रोमांस, वीरता, भगती, देश प्यार, धर्म या समाज सुधार नाल होवे। यानी हुण रतन सिंह जिहड़ा जग्गी विद्वान है साडा पंजाबी का, वो कहता है कि ये एक छंदबद्ध वृतांतक रचना है। पहली गल तो यह है कि छंदबद्ध वृतांतक रचना है। दूजी गल वो कहता कि ये अंदर हुंदा की है, ये कथानक का संबंध किहदे नाल है, या तो प्रेम नाल हो सकता है, रोमांस नाल हो सकता है, वीरता नाल भी हो सकता है, भगती नाल हो सकता है, देश प्यार नाल, धर्म नाल, समाज सुधार नाल। ये उसके कथानक के संबंध हो सकते हैं किस्से के। तो ये गल कहनी है रतन सिंह जग्गी की। इन्हां सारे विद्वानां दीआं उदाहरणां तो यह सिद्ध हुंदा है कि किस्से का अर्थ कहानी, कथा या बिरतांत तो ही लिया जाता है। तो इन्हां आधार पर आपां कह सकते हैं जिहड़ा किस्सा है उहदा जिहड़ा संबंध है वो कहानी, कथा या बिरतांत दे नाल जोड़िया जाता है। हुण आपां देखांगे कि पंजाबी किस्से का आरंभ यानी इसकी शुरुआत किवें हुई। निकास ते विकास की गल करांगे आपां इसके अंदर। पंजाबी किस्सा काव्य के उद्भव संबंधी पंजाबी साहित्य के विद्वानां दा वधेरे मत इहो रहा है कि ये काव्य धारा मसनवी परंपरा राही पंजाब विच आई। यानी इसनूं पंजाब विच आउण दा जिहड़ा मसनवी कारण मन्निया गया है। जिवें कि इत्थे एक विद्वान डॉक्टर कुलबीर सिंह कांग की कहते हैं, वो आपां देख लैंदे हां कि पंजाबी किस्सा फारसी की मसनवी परंपरा का वधेरे ऋणी है। तो यानी डॉक्टर कुलबीर सिंह कंग कहता है कि असी किस कविता के ऋणी हाँ, फारसी की मसनवी कविता के ऋणी हाँ। क्यों? क्योंकि उस दे कारण ही साडे पंजाबी के अंदर ये साहित्य विधा है जिहड़ा यानी किस्सा है जिहड़ा वो पंजाबी के अंदर आया। पंजाब कई सदियां तक ईरान के अधीन रहा। इत्थे कई प्रसिद्ध फारसी शायर हुए। बाद विच फारसी 8 सदियां सरकारी भाषा के रूप में राज करती रही। इसके इतिहास की गल है साथियों, आप पढ़िया भी होएगा आपने। फारसी साहित्य विशेषकर किस्साकारी जिस वाहन मसनवी सी का प्रभाव पंजाबी किस्साकारी ने बहुत हद तक कबूलिया है। यानी असी ये कह सकते हाँ कि लंबा समा इन्हां दा राज होने कारण इत्थों की जिहड़ी प्रभावित जिहड़ी मसनवी कावी सी उस दे अधीन ही पंजाबी के अंदर रूपांतरित जिहड़ी कावी आई वो किस्से के तौर पर जानी गई। यानी मसनवी का जिहड़ा फारसी का मसनवी सी उसका पंजाबी के अंदर बदलिया होया रूप किस्सा बन गया, असी ये कह सकते हाँ। ਉਹਦਾ प्रभाव इसके अंदर स्पष्ट दृष्टिगोचर होता है। पंजाबी विच किस्सा लिखण का मोढी दमोदर नूं मन्निया जाता है। बहुत सरल क्वेश्चन है, बहुत बार एग्जाम च पूछा गया है। उसने पहली बार पंजाबी विच हीर का किस्सा लिखिया और पंजाबी विच किस्सा लिखण की परंपरा शुरू की। यानी किस्सा कावी का मोढी जिहड़ा असीं कवि मानते हैं वो दमोदर नूं मानते हैं, तो किस्सा कावी की जिहड़ी पहली रचना है वो असीं दमोदर की लिखी हुई जिहड़ी किरत है हीर है उसनूं मानते हैं। परंतु कुछ
ਵਿਦਵਾਨ ਦਮੋਦਰ ਤੋਂ ਪਹਿਲਾਂ ਕਿੱਸਾ ਰਚਨ ਬਾਰੇ ਵੀ ਸੰਕੇਤ ਦਿੰਦੇ ਹਨ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਦਮੋਦਰ ਤੋਂ ਪਹਿਲਾਂ ਵੀ ਕਿੱਸੇ ਦੇ ਸੰਕੇਤ ਸਾਨੂੰ ਕਈ ਵਿਦਵਾਨਾਂ ਨੇ ਦਿੱਤੇ ਹਨ। ਜਿਵੇਂ ਕਿ ਅਸੀਂ ਡਾਕਟਰ ਮੋਹਨ ਸਿੰਘ ਦੀਵਾਨਾ ਦੀ ਗੱਲ ਕਰਾਂਗੇ। ਦਮੋਦਰ ਤੋਂ ਪਹਿਲਾਂ 2 ਕਿੱਸਿਆਂ ਦਾ ਵਰਣਨ ਕਰਦਾ ਹੈ। ਡਾਕਟਰ ਮੋਹਨ ਸਿੰਘ ਦੀਵਾਨਾ 2 ਕਿੱਸਿਆਂ ਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਦਮੋਦਰ ਤੋਂ ਪਹਿਲਾਂ ਪੁੱਛਿਆ ਕਵੀ ਦੁਆਰਾ ਸੱਸੀ ਪੁੰਨੂ। ਹੁਣ ਕਵੀ ਦਾ ਨਾਮ ਦਮੋਦਰ ਤੋਂ ਜਿਹੜੇ ਪਹਿਲੇ ਨੇ ਕਿੱਸਾਕਾਰ ਨੇ ਉਹਨਾਂ ਦੀ ਗੱਲ ਮੋਹਨ ਸਿੰਘ ਦੀਵਾਨਾ ਨੇ ਕੀਤੀ ਹੈ। ਉਹ ਕਹਿੰਦਾ ਕਿ ਕਵੀ ਦਾ ਨਾਮ ਕੀ ਹੈ? ਪੁੱਛ ਹੈ, ਤੇ ਉਹਦਾ ਕਿੱਸਾ ਕਿਹੜਾ? ਸੱਸੀ ਪੁੰਨੂ। ਤੇ ਮੂਲਾ ਦਾਊਦ ਦੇ ਚਾਂਦਨਾਮੇ ਦਾ ਵੀ ਨਾਂ ਦਾ ਕਿੱਸਾ ਲਿਖਿਆ ਹੈ। ਹੁਣ ਮੂਲਾ ਦਾਊਦ ਦਾ ਕਿੱਸਾ ਕਿਹੜਾ ਹੈ? ਚਾਂਦਨਾਮੇ। ਇਹ 2 ਸਾਨੂੰ ਕਿੱਸੇਕਾਰ ਤੇ ਕਿੱਸੇ ਦਮੋਦਰ ਤੋਂ ਪਹਿਲਾਂ ਵੀ ਸੰਕੇਤ ਮਿਲਦੇ ਹੈ। ਪਰ ਸਾਥੀਓ ਸਾਰੇ ਵਿਦਵਾਨ ਇਸ ਗੱਲ ਤੇ ਸਹਿਮਤ ਨਹੀਂ ਹੈ। ਭਾਵੇਂ ਡਾਕਟਰ ਮੋਹਨ ਸਿੰਘ ਦੀਵਾਨਾ ਕਿੱਸਾ ਕਾਵਿ ਦਾ ਮੁੱਢ ਪੂਰਵ ਕਾਲ ਵਿੱਚ ਹੀ ਮਿਥਦੇ ਹਨ, ਪਰ ਇਹਨਾਂ ਰਚਨਾਵਾਂ ਦੇ ਨਮੂਨੇ ਪੂਰੀ ਤਰ੍ਹਾਂ ਪ੍ਰਾਪਤ ਨਾ ਹੋਣ ਕਾਰਨ ਇਹਨਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਦੇਖਿਓ ਸਾਥੀਓ ਇਹਦੇ ਅੰਦਰ ਕੀ ਹੈ, ਇਹਨਾਂ ਨੂੰ ਪਹਿਲੇ ਕਿੱਸੇ ਕਿਉਂ ਨਹੀਂ ਮੰਨਿਆ ਗਿਆ? ਪੁੱਛਿਆ ਦਾ ਸੱਸੀ ਪੁੰਨੂ ਨੂੰ ਪਹਿਲਾ ਕਿੱਸਾ ਕਿਉਂ ਨਹੀਂ ਮੰਨਿਆ ਗਿਆ? ਕਿਉਂਕਿ ਇਹਦੇ ਪ੍ਰਮਾਣਿਕ ਸਰੋਤ ਨਹੀਂ ਸਾਨੂੰ ਪ੍ਰਾਪਤ ਹੋਏ। ਅਸੀਂ ਇਹ ਕਹਿ ਸਕਦੇ ਪੁਖਤਾ ਸਾਨੂੰ ਇਸ ਦੇ ਪ੍ਰੂਫ ਨਹੀਂ ਮਿਲੇ, ਜਿਸ ਕਾਰਨ ਅਸੀਂ ਇਸ ਨੂੰ ਪਹਿਲਾ ਕਿੱਸਾ ਨਹੀਂ ਮੰਨ ਸਕੇ। ਇਹਦੇ ਬਾਰੇ ਬਹੁਤ ਸਾਰੇ ਵਿਦਵਾਨਾਂ ਦੇ ਅੰਦਰ ਮਤਭੇਦ ਹੈ। ਇਸੇ ਤਰ੍ਹਾਂ ਕੁਝ ਉਹਨਾਂ ਕਿੱਸਿਆਂ ਦੇ ਕੁਝ ਇੱਕ ਧਾਰਮਿਕ ਤੇ ਲੌਕਿਕ ਕਥਾਵਾਂ ਦੇ ਆਧਾਰ ਤੇ ਕਿੱਸੇ ਲਿਖੇ ਜਾਣ ਦੀਆਂ ਸੰਭਾਵਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ, ਪਰ ਉਹਨਾਂ ਦੀਆਂ ਕ੍ਰਿਤਾਂ ਦੇ ਵੀ ਕੋਈ ਪ੍ਰਮਾਣ ਸਾਡੇ ਤੱਕ ਨਹੀਂ ਪੁੱਜੇ। ਇਸ ਲਈ ਕਿੱਸਾ ਕਾਵਿ ਦਾ ਅਸਲ ਮੁੱਢ ਅਸੀਂ ਗੁਰੂ ਨਾਨਕ ਕਾਲ ਤੋਂ ਹੀ ਮਿਥਦੇ ਹਾਂ। ਇਸ ਲਈ ਪੰਜਾਬੀ ਕਿੱਸਾ ਕਾਵਿ ਦਾ ਆਰੰਭ ਸ਼੍ਰੀ ਗਣੇਸ਼ ਦਮੋਦਰ ਦੀ ਹੀਰ ਨਾਲ ਹੀ ਮੰਨਿਆ ਜਾਂਦਾ ਹੈ। ਭਾਵੇਂ ਕਿੱਸਾ ਕਾਵਿ ਦੀ ਹੋਂਦ ਬਾਰੇ ਦਮੋਦਰ ਤੋਂ ਪਹਿਲਾਂ ਵੀ ਸੰਕੇਤ ਮਿਲਦੇ ਹਨ, ਪਰ ਅਜੇ ਤੱਕ ਕੋਈ ਸੰਪੂਰਨ ਕਿੱਸਾ ਪ੍ਰਾਪਤ ਨਹੀਂ ਹੋਇਆ। ਇਸ ਤੋਂ ਇਹ ਗੱਲ ਸਿੱਧ ਹੁੰਦਾ ਹੈ ਕਿ ਪੰਜਾਬੀ ਵਿੱਚ ਪਹਿਲਾ ਸਥਾਨਕ ਕਿੱਸਾ ਦਮੋਦਰ ਦੁਆਰਾ ਰਚਿਆ ਹੀਰ ਰਾਂਝਾ ਹੀ ਹੈ। ਯਾਨੀ ਅਸੀਂ ਸਾਰੇ ਵਰਣਨ ਤੋਂ ਬਾਅਦ ਇਹ ਗੱਲ ਕਹਿ ਸਕਦੇ ਹਾਂ ਕਿ ਦਮੋਦਰ ਦੀ ਪਹਿਲੀ ਜਿਹੜੀ ਰਚਨਾ ਕਿੱਸਾ ਹੀਰ ਹੈ, ਉਹੀ ਪੰਜਾਬੀ ਦੀ ਪਹਿਲਾ ਕਿੱਸਾ ਹੈ ਤੇ ਦਮੋਦਰ ਹੀ ਪਹਿਲਾ ਕਿੱਸਾਕਾਰ ਹੈ। ਪੰਜਾਬੀ ਵਿੱਚ ਸਥਾਨਕ ਕਿੱਸਿਆਂ ਦੀ ਪਰੰਪਰਾ ਹੀਰ ਰਾਂਝੇ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਦਾ ਪਹਿਲਾ ਰਚਨਾਕਾਰ ਕਵੀ ਵੀ ਦਮੋਦਰ ਹੈ। ਇਸ ਤੋਂ ਇਲਾਵਾ ਸੋਹਣੀ ਮਹੀਵਾਲ, ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ, ਪੂਰਨ ਭਗਤ, ਰਾਜਾ ਰਸਾਲੂ, ਡੋਲਾ ਜਲਾਨੀ, ਰੋਡਾ ਜਲਾਲੀ, ਰੂਪ ਬਸੰਤ, ਇਸ ਪ੍ਰਕਾਰ ਦੇ ਪੰਜਾਬ ਦੇ ਸਥਾਨਕ ਕਿੱਸੇ ਸਾਨੂੰ ਹੋਰ ਵੀ ਪੜ੍ਹਨ ਨੂੰ ਮਿਲਦੇ ਨੇ। ਤਾਂ ਸਾਥੀਓ ਇਹ ਕੁਝ ਪ੍ਰਸਿੱਧ ਕਿੱਸਿਆਂ ਦੀ ਗੱਲ ਸੀ। ਤਾਂ ਇਹ ਸਨ ਸਾਥੀਓ ਅੱਜ ਦੇ ਪੰਜਾਬੀ ਕਿੱਸਾ ਦਾ ਜਿਹੜਾ ਨਿਕਾਸ ਤੇ ਵਿਕਾਸ ਦੀ ਗੱਲ ਸੀ, ਕਿੱਸਾ ਕਾਵਿ ਦੇ ਅਰਥ ਦੀ ਗੱਲ ਸੀ, ਸ਼ਬਦ ਉਤਪਤੀ ਦੀ ਗੱਲ ਸੀ, ਕਿੱਸਾ ਕਿਸ ਨੂੰ ਕਿਹਾ ਜਾਂਦਾ ਇਸ ਦੀ ਗੱਲ ਸੀ। ਆਪਾਂ ਅਗਲੇ ਟੌਪਿਕ ਦੇ ਅੰਦਰ ਕਿੱਸੇ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਸਿੱਧ ਪੰਜਾਬੀ ਦੇ ਕਿੱਸਿਆਂ ਦੇ ਬਾਰੇ ਪੜਾਂਗੇ। ਉਸ ਤੋਂ ਬਾਅਦ ਆਪਾਂ ਕਿੱਸੇਕਾਰਾਂ ਦੇ ਬਾਰੇ ਪੜ੍ਹਨਾ ਸ਼ੁਰੂ ਕਰਾਂਗੇ। ਤਾਂ ਸਾਥੀਓ ਇਹ ਵੀਡੀਓ ਆਪ ਨੂੰ ਕਿਸ ਪ੍ਰਕਾਰ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਇਸ ਨੂੰ ਸ਼ੇਅਰ ਵੀ ਆਪਣੇ ਸਾਥੀਆਂ ਕੋਲ ਜ਼ਰੂਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਾਥੀਆਂ ਨੂੰ ਇਸ ਚੈਨਲ ਤੇ ਜੋੜ ਕੇ ਪੜ੍ਹਾਈ ਦਾ ਇੱਕ ਵਧੀਆ ਮਾਹੌਲ ਸਿਰ ਸਕੀਏ। ਧੰਨਵਾਦ ਸਾਥੀਓ।